मैम यस। जो गुआंढियों का जुआ खेल रहा था, तो मैम उसको ताया मंसाराम उसको साबुन क्यों लगा रहा था? बेटा इसलिए ਉਹ ਸਾਬਣ ਲਗਾ ਰਿਹਾ ਸੀ ਕਿਉਂਕਿ ਗਵਾਂਡੀਆਂ ਦਾ ਬੱਚਾ ਨਾ ਉਹਦੇ ਘਰ ਖੇਡਣ ਆਇਆ ਸੀ। ਉਸ ਨੂੰ ਵਹਿਮ ਸੀ ਬੇਟਾ ਤਾਇਆ ਮਨਸਾ ਰਾਮ ਨੂੰ, ਜੇ ਕੋਈ ਹਰ ਇਨਸਾਨ ਦੇ ਵਿੱਚ ਬਿਮਾਰੀ ਦੇ ਕੀਟਾਣੂ ਹੁੰਦੇ ਆ। ਠੀਕ ਹੈ, ਹਰ ਇਨਸਾਨ 'ਚ ਕੀ ਹੁੰਦੇ ਆ? ਬਿਮਾਰੀ ਦੇ ਕੀਟਾਣੂ ਹੁੰਦੇ ਆ। ਜੇ ਕੋਈ ਇਨਸਾਨ ਕਿਸੇ ਨੂੰ ਮਿਲ ਲਵੇ ਜਾਂ ਕਿਸੇ ਦੇ ਬਿਸਤਰੇ ਉੱਤੇ ਬੈਠ ਜਾਵੇ, ਮੰਜੀ ਉੱਤੇ ਜਾਂ ਕੁਰਸੀ ਉੱਤੇ ਬੈਠ ਜਾਵੇ, ਤਾਂ ਉਹ ਕੀਟਾਣੂ ਜਿਹੜੇ ਕੀ ਹੈ ਉਹ ਉੱਥੇ ਹੀ ਝਾੜ ਦਿੰਦਾ, ਭਾਵ ਕਿ ਉਹ ਕੀਟਾਣੂ ਦੂਸਰੇ ਇਨਸਾਨ ਤੱਕ ਪਹੁੰਚ ਜਾਂਦੇ ਹਨ। ठीक है, वो की है वो कीटाणु दूसरे इंसान तक पहुंच जाते जे कोई उसਨੂੰ मिल लवे। ठीक है, या कोई बिस्तरे ਤੇ ਬਹਿ ਜਾਵੇ ਕਿਸੇ ਦੇ ਜਾਂ ਮੰਜੀ ਦੇ, ਉਹ ਕੀਟਾਣੂ ਜਿਹੜੇ ਕਿ ਉੱਥੇ ਹੀ ਝਾੜ ਕੇ ਚਲਾ ਜਾਂਦਾ ਹੈ। ਜਿਹੜਾ ਬੇਟਾ ਰਿਸ਼ਤੇਦਾਰ ਉਸ ਨੂੰ ਮਿਲਣ ਆਇਆ ਸੀ, ਉਸਨੇ ਗੁਆਂਢੀਆਂ ਦੇ ਬੱਚੇ ਨੂੰ, ਠੀਕ ਹੈ, ਉਹਦਾ ਭਤੀਜਾ ਜਾਂ ਪੋਤਾ ਸਮਝ ਕੇ ਉਹਨਾਂ ਦਾ ਮੂੰਹ ਚੁੰਮਿਆ ਸੀ ਤੇ ਉਸਨੂੰ ਇਹ ਵਹਿਮ ਲੱਗ ਗਿਆ ਕਿ ਉਹ ਆਪਣੇ ਜਿਹੜੇ ਕੀਟਾਣੂ ਹੈ ਉਸ ਬੱਚੇ ਦੇ ਨਾਲ ਲਗਾ ਕੇ ਉਸ ਦੇ ਸਰੀਰ ਦੇ ਕੀਟਾਣੂ ਉਸ ਬੱਚੇ ਨੂੰ ਵੀ ਲੱਗ ਗਏ ਹਨ। ਇਸ ਕਰਕੇ ਉਸਨੇ ਉਸਨੂੰ ਬਹੁਤ ਜ਼ਿਆਦਾ ਸਾਬਣ ਲਾ ਲਾ ਕੇ ਧੋਤਾ, ਅੱਧਾ ਘੰਟਾ ਉਹਨੂੰ ਮਲਦਾ ਰਿਹਾ, ਇੱਥੋਂ ਤੱਕ ਕਿ ਉਹਦੇ ਕੰਨਾਂ ਵਿੱਚੋਂ ਖੂਨ ਵੀ ਨਿਕਲਣ ਲੱਗ ਗਿਆ। ਓਕੇ ਬੇਟਾ, ਕਲੀਅਰ ਹੈ ਬੇਟਾ यस ਧੈਰੇ? मैम। यस मैम। ਪਰ ਨੈਕਸਟ ਬੇਟਾ ਚੈਪਟਰ ਰੀਡ ਕਰਾਂਗੇ। ਕੱਲ ਆਪਾਂ ਰੀਡ ਕਰ ਰਹੇ ਸੀ ਨਾ ਬੇਟਾ ਵਹਿਮੀ ਤਾਇਆ ਚੈਪਟਰ, पेज नंबर है बेटा 95 ਤੇ। ਠੀਕ ਹੈ, ਆਪਾਂ ਅਲੱਗ-ਅਲੱਗ ਵਹਿਮਾਂ ਦੇ ਬਾਰੇ ਤਾਇਆ ਮਨਸਾ ਰਾਮ ਦੇ ਅਲੱਗ-ਅਲੱਗ ਵਹਿਮਾਂ ਦਾ ਜ਼ਿਕਰ ਕੀਤਾ ਸੀ। ਠੀਕ ਹੈ, ਕਿ ਪਹਿਲਾ ਉਸਨੇ ਜਿਹੜਾ ਕਿ ਪਹਿਲਾ ਵਹਿਮ ਕਿਹੜਾ ਸੀ, ਉਹਨੂੰ ਬੁਖਾਰ ਦਾ ਵਹਿਮ ਚਮੜਿਆ ਹੋਇਆ ਸੀ ਕਿ ਉਹਨੂੰ ਹਰ ਸਮੇਂ ਭੱਖ ਰਹਿੰਦੀ ਹੈ, ਬੁਖਾਰ ਰਹਿੰਦਾ, ਇਸ ਕਰਕੇ ਉਹਨੇ ਮੂੰਹ ਦੇ ਵਿੱਚ ਥਰਮਾਮੀਟਰ ਪਾਇਆ ਹੋਇਆ ਸੀ। ਫਿਰ ਉਹਨੂੰ ਸੈਕਿੰਡ ਵਹਿਮ ਸੀ ਕਿ ਉਹ ਕਿਹੜਾ ਵਹਿਮ ਸੀ, ਉਹ ਵਹਿਮ 5 ਸਾਲ ਤੱਕ ਰਿਹਾ। ਉਸ ਤੋਂ ਬਾਅਦ ਉਸਨੂੰ ਕਿਹੜਾ ਵਹਿਮ ਲੱਗਿਆ, ਜਿਹੜੇ ਕਿਸੇ ਦੇ ਸਰੀਰ ਦੇ ਬਿਮਾਰੀ ਦੇ ਕੀਟਾਣੂ ਹਨ ਜਿਹੜਾ ਕਿ ਕਿਸੇ ਨੂੰ ਵੀ ਆਸਾਨੀ ਨਾਲ ਲੱਗ ਜਾਂਦੇ ਹਨ। ਜੇ ਕੋਈ ਇਨਸਾਨ ਜਿਹਦਾ ਕੋਈ ਉਹਨੂੰ ਰਿਸ਼ਤੇਦਾਰ ਜਾਂ ਮੇਲ ਮੁਲਾਕਾਤੀ ਮਿਲਣ ਆਂਦਾ, ਉਸਦੀ ਕੁਰਸੀ ਤੇ, ਮੰਜੇ ਤੇ ਜਾਂ ਬਿਸਤਰੇ ਤੇ ਬੈਠਦਾ, ਠੀਕ ਹੈ, ਉਸਦੇ ਜਾਣ ਤੋਂ ਬਾਅਦ ਉਹ ਮੰਜੀ ਨੂੰ, ਬਿਸਤਰੇ ਨੂੰ, ਕੁਰਸੀ ਨੂੰ ਗਰਮ ਪਾਣੀ ਨਾਲ ਧੋਂਦਾ, ਸਾਬਣ ਲਾ ਲਾ ਕੇ ਧੋਂਦਾ ਤੇ ਧੁੱਪੇ ਵੀ ਰੱਖਦਾ। ਠੀਕ ਹੈ, ਇੱਕ ਹੋਰ ਆਪਾਂ ਵਹਿਮ ਦੀ ਗੱਲ ਕੀਤੀ ਸੀ ਕਿ ਇੱਕ ਦਿਨ ਗੁਆਂਢੀਆਂ ਦਾ ਬੱਚਾ ਖੇਡ ਰਿਹਾ ਸੀ। ਠੀਕ ਹੈ, ਉਹਦਾ ਕੋਈ ਰਿਸ਼ਤੇਦਾਰ ਉਸਨੂੰ ਮੇਲ ਮੁਲਾਕਾਤੀ ਮਿਲਣ ਆਇਆ, ਉਸਨੇ ਕੀ ਕੀਤਾ, ਗੁਆਂਢੀਆਂ ਦੇ ਬੱਚੇ ਨੂੰ ਚੁੰਮ ਲਿਆ, ਮੱਥਾ ਚੁੰਮ ਲਿਆ, ਉਹਨੂੰ ਘੁੱਟ ਕੇ ਜੱਫੀ ਪਾਈ ਤੇ ਉਸਨੇ ਰੋਲਾ ਪਾ ਦਿੱਤਾ ਕਿ ਉਸਨੂੰ ਇਹ ਵਹਿਮ ਪੈ ਗਿਆ ਕਿ ਉਹਦੇ ਜਿਹੜੇ ਜਰਮ ਹੈ, ਉਹਦੇ ਜਿਹੜੇ ਕੀਟਾਣੂ ਹੈ ਸਰੀਰ ਦੇ, ਉਹ ਕੀਟਾਣੂ ਬੱਚੇ ਦੇ ਸਰੀਰ ਅੰਦਰ ਚਲੇ ਗਏ ਹਨ। ਇਸ ਲਈ ਉਸਨੇ ਉਸਨੂੰ ਨਵਾਉਣਾ ਸ਼ੁਰੂ ਕੀਤਾ, ਸਾਂਬਰ ਮਲਣਾ ਸ਼ੁਰੂ ਕੀਤਾ, ਇੰਨੀ ਜ਼ੋਰ ਜ਼ੋਰ ਦੀ ਉਹਨੇ ਰਗੜਿਆ ਕਿ ਉਸਦੇ ਕੰਨਾਂ ਤੱਕ ਤੋਂ ਬਲੱਡ ਨਿਕਲਣਾ ਸ਼ੁਰੂ ਹੋ ਗਿਆ। ਫਿਰ ਉਹਦੇ ਰਿਸ਼ਤੇਦਾਰ ਸੋਟੀਆਂ ਚੁੱਕ ਕੇ ਆਏ। ਠੀਕ ਹੈ, ਉਹਨਾਂ ਨੇ ਛੱਡ ਦਿੱਤਾ। ਕਿਉਂ ਛੱਡ ਦਿੱਤਾ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਤਾਇਆ ਬੜਾ ਵਹਿਮੀ, ਇਸ ਲਈ ਉਹ ਛੱਡ ਕੇ ਚਲੇ ਗਏ, ਨਹੀਂ ਤੇ ਉਹਨਾਂ ਨੂੰ ਉਹਨੂੰ ਮਾਰ ਹੀ ਦੇਣਾ ਸੀ। ਫਿਰ ਬੇਟਾ ਅਸੀਂ ਇੱਕ ਨੈਕਸਟ ਵਹਿਮ ਦੀ ਗੱਲ ਕੀਤੀ। ਕੁਝ ਸਾਲਾਂ ਬਾਅਦ ਉਹਨੂੰ ਕਿਹੜਾ ਵਹਿਮ ਚੁੰਮਿਆ ਕਿ ਇੱਕ ਦਿਨ ਜਿਹੜਾ ਕਿ ਚਾਹ ਪੀ ਰਿਹਾ ਸੀ, ਠੀਕ ਹੈ, ਹਲਵਾਈ ਦੀ ਹੱਟੀ ਤੇ ਚਾਹ ਪੀ ਰਿਹਾ ਸੀ, ਤਾਂ ਉਸਦਾ ਪੈਰ ਜਿਹੜਾ ਕਿ ਕੁੱਤੇ ਦੀ ਪੂੰਛ ਤੇ ਆ ਗਿਆ, ਜਿਸ ਕਰਕੇ ਉਸਨੂੰ ਇਹ ਵਹਿਮ ਲੱਗ ਗਿਆ ਕਿ ਕੁੱਤੇ ਨੇ ਉਸਨੂੰ ਵੱਢ ਦਿੱਤਾ ਹੈ। ਠੀਕ ਹੈ, ਉੱਤੇ ਜਿਹੜੇ ਕੀਟਾਣੂ ਹੈ ਉਸਦੇ ਸਰੀਰ ਦੇ ਅੰਦਰ ਚਲੇ ਗਏ ਹਨ। ਇਸ ਲਈ ਉਸਨੇ ਜਾ ਕੇ 14 ਇੰਜੈਕਸ਼ਨ ਲਗਾਏ। ਚਾਹੇ ਲੇਖਕ ਨੇ, ਡਾਕਟਰ ਨੇ ਬਹੁਤ ਸਮਝਾਇਆ, ਪਰ ਇਸਨੇ ਕਿਹਾ ਕਿ ਕੁੱਤੇ ਦਾ ਵੱਢਣਾ ਜ਼ਰੂਰੀ ਨਹੀਂ ਹੈ, ਉਸਦੀ ਹਵਾੜ ਹੀ ਕਾਫੀ ਹੈ। ਇਸ ਲਈ ਉਹਨੇ ਆਪਣੀ ਵੱਖੀ ਦੇ ਵਿੱਚ ਸਾਈਡ ਤੇ 14 ਇੰਜੈਕਸ਼ਨ ਲਵਾਏ। ਠੀਕ ਹੈ, ਹੁਣ ਨੈਕਸਟ ਬੇਟਾ ਅਸੀਂ ਉਹਦੇ ਨੈਕਸਟ ਆਪਾਂ ਪੜਾਂਗੇ ਤਾਇਆ ਮਨਸਾ ਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ, ਠੀਕ ਹੈ, ਇਹ ਤਾਂ ਵਹਿਮ ਹੈ ਹੀ ਸੀ ਉਹਨਾਂ ਨੇ 4-5 ਦੱਸੇ ਨੇ, ਉਹਨਾਂ ਨੇ ਹੋਰ ਵੀ ਇਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ ਮੋਟੇ ਵਹਿਮਾਂ ਦੀ ਗਿਣਤੀ ਦਾ ਅੰਤ ਹੀ ਨਹੀਂ ਸੀ। ਠੀਕ ਹੈ, ਇਹ ਤਾਂ ਵਹਿਮ ਉਹਨਾਂ ਨੇ ਜਿਹੜੇ ਵੱਡੇ ਵੱਡੇ ਵਹਿਮ ਹੈ ਹੀ ਸੀ, ਇਸ ਤੋਂ ਇਲਾਵਾ ਛੋਟੇ ਮੋਟੇ ਹੋਰ ਵੀ ਵਹਿਮ ਸਨ। बेटा नाल नाल अंडरलाइन कर दिया ना 1 मार्क्स क्वेश्चन वास्ते। जे किसी दिन सुन ले कि जा अखबार विच पढ़ ले कि फलाने थां बसां दी टक्कर हो गई है, ठीक है, भी अंडरलाइन करो कि सुन ले कि अखबार विचों जा पढ़ ले कि किसी चीज दी बस दी या बस दी, ट्रक दी या कारा दी टक्कर हो गई है, ਜਾਂ ਰੇਲਾਂ ਪਿੜ ਗਈਆਂ ਹਨ ਜਾਂ ਹਵਾਈ ਜਹਾਜ਼ ਡਿੱਗ ਪਿਆ ਹੈ, ਤਾਂ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗਿਓ ਮਿਲਿਆ ਜੇ, ਨਾ ਜਾਓ। ਭਾਵ ਕਿ ਉਹਨੂੰ ਵਹਿਮ ਕੀ ਸੀ? ਠੀਕ ਹੈ, ਉਹਨੂੰ ਵਹਿਮ ਸੀ ਜੇ ਕੋਈ ਪਾਥੀਆਂ ਵਾਲਾ ਗੱਡਾ, ਗੋਇਆ, ਠੀਕ ਹੈ, ਪਾਥੀਆਂ ਵਾਲਾ ਜਾਂ ਗੋਹੇ ਦਾ ਗੱਡਾ ਅੱਗੋਂ ਮਿਲ ਜਾਵੇ, ਠੀਕ ਹੈ, ਤਾਂ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋਵੇਗੀ। ਨਾ ਜਾਓ, ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ। ਭਾਵ ਕਿ ਉਹਨੂੰ ਕਿਹੜਾ ਵਹਿਮ ਸੀ ਕਿ ਜੇ ਕੋਈ ਪਾਥੀਆਂ ਵਾਲਾ ਜਾਂ ਗੋਹੇ ਦਾ, ਠੀਕ ਹੈ, ਅੱਗੋਂ ਭਰਿਆ ਹੋਇਆ ਟਰੱਕ ਮਿਲ ਜਾਵੇ, ਠੀਕ ਹੈ, ਤਾਂ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋਵੇਗੀ। ਅੰਡਰਲਾਈਨ ਕਰੋ ਬੇਟਾ ਵੀ। ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਧਰੇ ਵੀ ਹੋਵੇ, ਹਾਦਸਾ ਕਿਧਰੇ ਵੀ ਹੋਵੇ,
ਉਹਦੇ ਨਿਕਟਵਰਤੀਆਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ। ਠੀਕ ਹੈ, ਉਹਨੂੰ ਇੱਕ ਹੀ ਵਹਿਮ ਸੀ ਕਿ ਹਾਸਾ ਕਿਤੇ ਵੀ ਹੋਇਆ ਹੋਵੇ, ਠੀਕ ਹੈ, ਉਹਦੇ ਮੁਹੱਲੇ ਚੋਂ ਉਹਦੇ ਪਿੰਡ ਵਿੱਚੋਂ ਕੋਈ ਇਨਸਾਨ ਜ਼ਰੂਰ ਫੱਟੜ ਭਾਵ ਕਿ ਜ਼ਖਮੀ ਜ਼ਰੂਰ ਹੋਇਆ ਹੋਵੇਗਾ। ਭਾਵ ਕਿ ਦੁਰਘਟਨਾ ਕਿਤੇ ਵੀ ਵਾਪਰੇ ਉਹਨੂੰ ਆਪਣੇ ਪਿੰਡ ਦੇ ਲੋਕਾਂ ਦੀ ਚਿੰਤਾ ਰਹਿੰਦੀ ਸੀ, ਵਹਿਮ ਰਹਿੰਦਾ ਸੀ ਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਹੋ ਜਾਵੇਗਾ। ਜੋ ਕਿ ਵਿੱਚੋਂ ਪੜ੍ਹ ਲਵੇ ਅਖਬਾਰ ਦੇ ਵਿੱਚੋਂ। ਉਹ ਸਰੀਰ ਦਾ ਤਕੜਾ ਸੀ, ਉਹ ਜ਼ਾਹਰਾ ਕੋਈ ਰੋਗ ਨਹੀਂ, ਸੰਤਾਪ ਨਹੀਂ, ਜ਼ਮੀਨ ਹੈ, ਮਕਾਨ ਹੈ, ਭਰਾ ਹੈ। ਵੀ ਅੰਡਰਲਾਈਨ ਕਰੋ, ਉਸਦਾ ਸਰੀਰ ਕਿਹੋ ਜਿਹਾ ਸੀ? ਤਕੜਾ। 1 ਮਾਰਕਸ ਕੁਐਸਚਨ ਵੈਸੇ। ਉਹ ਜ਼ਾਰਾ ਕੋਈ ਰੋਗ ਨਹੀਂ, ਉਸਨੂੰ ਕੋਈ ਰੋਗ ਨਹੀਂ ਸੀ। ਠੀਕ ਹੈ, ਮਕਾਨ ਸੀ, ਜ਼ਮੀਨ ਸੀ, ਜਾਇਦਾਦ ਸੀ, ਉਹਦੇ ਭਰਾ ਵੀ ਸਨ, ਭਾਵ ਕਿ ਹਰ ਸੁੱਖ ਸਹੂਲਤ ਸੀ। ਪਰ ਫਿਰ ਵੀ ਬੇਟਾ ਉਹ ਵਹਿਮਾਂ ਦੇ ਵੀ ਫਸਿਆ ਰਹਿੰਦਾ ਸੀ। ਹਰ ਸਮੇਂ ਉਸਨੂੰ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਰਹਿੰਦੀ ਸੀ। ਚਿੰਤਾ ਦੇ ਕਾਰਨ ਹਮੇਸ਼ਾ ਆਪਣੀ ਜ਼ਿੰਦਗੀ ਨਿਰਾਸ਼ਾ ਦੇ ਵਿੱਚ ਹੀ ਜਿੰਦਾ ਸੀ। ਉਹਨਾਂ ਦੇ ਪੁੱਤ ਪੋਤਰੇ ਤਾਏ ਦੇ ਆਗਿਆਕਾਰੀ ਸਨ। ਇਹ ਵੀ ਅੰਡਰਲਾਈਨ ਕਰੋ, ਤਾਏ ਦੇ ਪੁੱਤ ਪੋਤਰੇ ਉਹਦੀ ਗੱਲ ਮੰਨਦੇ ਸਨ, ਹਾਂ ਆਗਿਆਕਾਰੀ ਸਨ। ਪਰ ਜਦੋਂ ਪੁੱਛੀਏ ਤਾਇਆ ਮਨਸਾ ਰਾਮਾ ਕੀ ਹਾਲ ਚਾਲ ਹੈ, ਤਾਂ ਉਹ ਇੱਕੋ ਸਾਹੇ ਕਹੀ ਜਾਏਗਾ, ਪੁੱਛੋ ਕੁਛ ਨਾ, ਮੰਦੇ ਹਾਲ ਤੇ ਬੌਕੇ ਦਿਹਾੜੇ, ਨਾ ਗਰਮ ਚੀਜ਼ ਪਚਦੀ ਨਾ ਬਾਦੀ, ਭਾਵ ਕਿ ਬਾਦੀ ਮਤਲਬ ਰਾਤ ਦੀ ਪਈ ਹੋਈ। ਠੀਕ ਹੈ, ਢਿੱਡ ਵਿੱਚ ਅਫਾਰਾ ਨਹੀਂ ਭਟਦਾ, ਅਫਾਰਾ ਮਤਲਬ ਪੇਟ ਦਰਦ, ਸਿਰ ਨੂੰ ਚੱਕਰ ਆਉਂਦੇ, ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ, ਭਾਵ ਕਿ ਉਹ ਉੱਠਿਆ ਨਹੀਂ ਜਾਂਦਾ, ਭਾਵ ਕਿ ਉਹਨੇ ਕਿੰਨੀਆਂ ਤਰ੍ਹਾਂ ਦੀਆਂ ਆਪਣੀਆਂ ਪ੍ਰੋਬਲਮਸ ਦੱਸਦੀਆਂ। ਅੱਖੀਆਂ ਤੋਂ ਸੇਕ ਨਿਕਲਦਾ ਹੈ, ਸਾਹ ਨਾਲ ਸਾਹ ਨਹੀਂ ਰਲਦਾ, ਨਾੜਾ ਵਿੱਚ ਜੇ ਕਿਸੇ ਦਾ ਸਿੱਕਾ ਢਾਲ ਛਡਿਆਈ, ਚੁਰਸਤੇ ਵਾਲੀ ਕਿੱਕਰ ਤੇ ਪਿਛਲਾ ਮਹੀਨਾ ਰੋਜ਼ ਮੂਲੀਆਂ ਵਧੀਆਂ, ਭਾਵ ਕਿ ਉਹਨੇ ਇਹ ਹੁਣ ਟੂਣਾ ਕੀਤਾ ਸੀ। ਕਿਉਂ ਟੂਣਾ ਕੀਤਾ ਸੀ? ਜਾਦੂ ਟੂਣਾ ਕਿ ਉਹਦੇ ਜਿਹੜੇ ਸਾਰੇ ਰੋਗ ਹੈ, ਠੀਕ ਹੈ, ਉਹ ਦੂਰ ਹੋ ਜਾਣ। ਜਦ ਕਿ ਬੇਟਾ ਉਹਨੂੰ ਕੋਈ ਰੋਗ ਨਹੀਂ ਸੀ, ਕੋਈ ਬਿਮਾਰੀ ਨਹੀਂ ਸੀ, ਸਿਰਫ ਇੱਕ ਵਹਿਮ ਹੀ ਸੀ। ਠੀਕ ਹੈ, ਉਸਨੇ ਕੀ ਕੀਤਾ? ਟੂਣਾ ਕੀਤਾ ਕਿ ਉਹਦੀਆਂ ਬਿਮਾਰੀਆਂ ਦੂਰ ਹੋ ਜਾਣ। ਕਿਹੜਾ ਟੂਣਾ ਕੀਤਾ ਬੇਟਾ? ਦੇਖੋ, ਚੁਰਸਤੇ ਵਾਲੀ ਕਿੱਕਰ ਤੇ ਪਿਛਲਾ ਮਹੀਨਾ ਰੋਜ਼ ਮੋਲੀਆਂ ਬੰਦੀਆਂ, ਮੋਲੀ ਮਤਲਬ ਲਾਲ ਜਿਹਾ ਧਾਗਾ ਹੁੰਦਾ ਨਾ ਬੇਟਾ, ਮੋਲੀਆਂ ਬੰਦੀਆਂ, ਮਾਂ ਦੀ ਦਾਲ ਤੇ ਚੋਲਾ ਦਾ ਟੂਣਾ ਕੀਤਾ। ਹੁਣ ਕਾਹਦਾ ਟੂਣਾ ਕੀਤਾ ਸੀ ਉਹਨੇ? ਮਾਂ ਦੀ ਦਾਲ ਤੇ ਚੋਲਾ ਦਾ। ਠੀਕ ਹੈ, ਮਾਂ ਦੀ ਦਾਲ ਤੇ ਚੋਲਾ ਦਾ ਕਿਉਂ ਕੀਤਾ? ਟੂਣਾ ਕੀਤਾ। ਕਿਉਂ ਕੀਤਾ? ਕਿ ਉਹਦੀਆਂ ਬਿਮਾਰੀਆਂ ਜਿਹੜੀਆਂ ਕੀ ਹੈ ਦੂਰ ਹੋ ਜਾਣ। ਮੱਝਾਂ ਫੇਰ ਦੁੱਧ ਨਹੀਂ ਲਾਉਂਦੀਆਂ, ਜੇ ਸੱਚੀ ਪੁੱਛੇ ਤਾਂ ਹਾਲ ਹੀ ਮਾੜਾ ਨਹੀਂ, ਪਰ ਚੰਗਾ ਕਿਵੇਂ ਆਖਾਂ? ਪਰਸੋਂ ਸੰਦੂਰ, ਤਿਲ ਚੋਲੀ, ਮੂੰਗੀ ਮਸਰਾਂ ਤੇ ਚਾਕੂ ਦਾ ਟੂਣਾ ਕੀਤਾ। ਠੀਕ ਹੈ, ਉਹਨੇ ਕਾਲਾ ਟੂਣਾ ਕੀਤਾ ਸੀ। ਕਿਹੜੀਆਂ ਚੀਜ਼ਾਂ? ਠੀਕ ਹੈ, ਮੂੰਗੀ ਮਸਰਾਂ ਦੀ, ਸੰਦੂਰ ਦਾ, ਮੂੰਗੀ ਦਾ, ਮੂੰਗੀ ਮਸਰਾਂ ਦੀ ਦਾਲ ਹੁੰਦੀ ਨਾ ਬੇਟਾ ਯੈਲੋ ਕਲਰ ਦੀ, ਉਹਨੂੰ ਕਹਿੰਦੇ ਮੂੰਗੀ ਮਸਰਾਂ ਦਾ। ਤੇ ਹੋਰ ਕਿਸ ਚੀਜ਼ ਦਾ ਟੂਣਾ ਕੀਤਾ ਸੀ ਬੇਟਾ? ਚਾਕੂ ਤੇ ਤਿਲ ਚੋਲੀ, ਤਿਲ ਹੁੰਦੇ ਬੇਟਾ। ਠੀਕ ਹੈ, ਇਹਨਾਂ ਚੀਜ਼ਾਂ ਦਾ ਕਹਿੰਦੇ ਟੂਣਾ ਕੀਤਾ, ਪਰ ਫਿਰ ਵੀ ਉਹਦੇ ਜਿਹੜਾ ਕਿ ਰੋਗ ਦੂਰ ਨਾ ਹੋਇਆ। ਭਾਈ ਪਿੰਡ ਤੋਂ ਬਲਾ ਟਲੇ, ਪਰ ਹੋਇਆ ਪਤਾ ਕੀ? ਟੂਣੇ ਲਾਗੇ ਹੀ ਖਾਲੀ ਲੰਘਿਆ, ਭਾਵ ਕਿ ਜਿਸ ਥਾਂ ਤੇ ਬੇਟਾ ਉਹਨੇ ਇਹ ਚੀਜ਼ਾਂ ਸੁੱਟੀਆਂ ਹੋਈਆਂ ਸਨ, ਟੂਣਾ ਕੀਤਾ ਹੋਇਆ ਸੀ, ਹਾਲੀ ਮਤਲਬ ਕਿਸਾਨ। ਠੀਕ ਹੈ, ਹਾਲੀ ਜਿਹੜਾ ਕੌਣ ਲੱਗਿਆ? ਹਾਲੀ ਲੰਘਿਆ। ਟੂਣੇ ਲਾਗੇ ਖਾਲੀ ਲੰਘਿਆ, ਉਹਨੇ ਸੰਦੂਰ ਬਲਦਾ ਦੇ ਸਿੰਘਾਂ ਦੇ ਮਲ ਦਿੱਤਾ। ਉਹਨੇ ਸੰਦੂਰ ਕੀ ਕੀਤਾ ਬੇਟਾ? ਬਲਦਾ ਦੇ ਸਿੰਘਾਂ ਉੱਤੇ ਮਲ ਦਿੱਤਾ ਤੇ ਦਾਲਾਂ ਦਾ ਫੱਕਾ ਮਾਰ ਗਿਆ, ਭਾਵ ਜਿਹੜੀ ਦਾਲ ਉਹਨੇ ਰੱਖੀ ਸੀ ਉਹ ਦਾਲਾਂ ਦਾ ਫੱਕਾ ਆਪ ਖਾ ਗਿਆ। ਤੇ ਚਾਕੂ ਨੂੰ ਚਾਦਰ ਦੀ ਕੰਨੀ ਨਾਲ, ਠੀਕ ਹੈ, ਚਾਦਰ ਦੀ ਸਾਈਡ ਦੇ ਨਾਲ ਉਹਨੇ ਚਾਦਰ ਨੂੰ ਚਾਕੂ ਦੀ ਕੰਨੀ ਦੇ ਨਾਲ ਜਿਹੜਾ ਕੀ ਬੰਨ ਦਿੱਤਾ ਤੇ ਆਖਿਆ, ਚਲੋ ਇਹਦੇ ਨਾਲ ਖਰਬੂਜੇ ਚੀਰਾਂਗੇ। ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮਾ ਵਹਿਮ ਕਰੇ ਕਿ ਨਾ? ਭਾਵ ਕਿ ਉਹਨੇ ਜਿਹੜਾ ਬੇਟਾ ਜਾਦੂ ਟੂਣਾ ਕਰਨ ਲਈ ਜਿਹੜਾ ਸਮਾਨ ਰੱਖਿਆ ਸੀ, ਸੰਦੂਰ, ਮੂੰਗੀ ਮਸਰਾਂ ਤੇ ਚਾਕੂ, ਤਿਲ ਚੋਲੀ, ਹਾਲੀ ਉੱਥੋਂ ਲੰਘਿਆ। ਹਾਲੀ ਨੇ ਕੀ ਕੀਤਾ ਬੇਟਾ? ਸੰਦੂਰ ਜਿਹੜਾ ਕੀ ਸੀ ਉਹਦਾ ਬਲਦਾ ਦੇ ਸਿੰਘਾਂ ਤੇ ਮਲ ਦਿੱਤਾ। ਠੀਕ ਹੈ, ਦਾਲ ਦਾ ਫੱਕਾ ਉਹ ਖੁਦ ਖਾ ਗਿਆ ਤੇ ਚਾਕੂ ਨੂੰ ਜਿਹੜਾ ਕਿ ਸਾਫ਼ ਕਰਕੇ ਚਾਦਰ ਨਾਲ ਬੰਨ ਕੇ ਲੈ ਗਿਆ। ਤੇ ਉਹਨੇ ਕੀ ਕਿਹਾ ਕਿ ਇਹਦੇ ਨਾਲ ਕੀ ਸਾਫ਼ ਕਰਾਂਗਾ? ਇਹਦੇ ਨਾਲ ਕੀ ਕਰਾਂਗਾ? ਤਰਬੂਜੇ ਖਿਲਾਂਗਾ, ਵਾਟਰਮੈਲਨ। 1 ਮਹੀਨਾ ਪਹਿਲੇ ਦੀ ਗੱਲ ਹੈ, ਤਾਇਆ ਮਨਸਾ ਰਾਮ ਨੇ ਇਹ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਕਾਰਨ ਮਰ ਗਿਆ। ਠੀਕ ਹੈ, ਉਹਨੂੰ ਕਿਹੜਾ ਵਹਿਮ ਹੋ ਗਿਆ ਕਿ ਇੱਕ ਬਹੁਤ ਵੱਡਾ ਆਦਮੀ ਕਿਹਦੀ ਹਰਕਤ ਕਾਰਨ ਬਣ ਗਿਆ? ਦਿਲ ਦੀ ਹਰਕਤ ਕਾਰਨ, ਭਾਵ ਕਿ ਉਹਦਾ ਦਿਲ ਨੇ ਕੰਮ ਕਰਨਾ ਬੰਦ ਕਰਤਾ ਸੀ, ਜਿਸ ਕਰਕੇ ਉਹਦੀ ਮੌਤ ਹੋ ਗਈ।
इसते ताए मनसा राम ਨੂੰ ਵਹਿਮ ਚੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕੀ ਹੋਇਆ, ਭਾਵ ਕਿ ਕਿਸੇ ਹੋਰ ਦਾ ਦਿਲ ਧੜਕਣਾ ਬੰਦ ਹੋਇਆ ਸੀ, ਦਿਲ ਕੰਮ ਕਰਨਾ ਬੰਦ ਕਰ ਗਿਆ ਸੀ, ਪਰ ਉਸਨੂੰ ਇਹ ਵਹਿਮ ਚੰਬੜ ਗਿਆ ਕਿ ਹੁਣ ਉਹਦਾ ਵੀ ਦਿਲ ਜਲਦੀ ਹੀ ਕੰਮ ਕਰਨਾ ਬੰਦ ਕਰ ਦੇਗਾ। ਮੇਰੇ ਕੋਲ ਆਇਆ ਸੱਜੀ ਵੱਖੀ, ਠੀਕ ਹੈ, ਸਾਈਡ ਵਾਲੀ ਸੱਜੀ ਵੱਖੀ ਨੂੰ ਹੱਥ ਲਾਲ ਘੁੱਟਦਾ ਹੋਇਆ ਕਹੀ ਜਾਏ, ਦਿਲ ਧੜਕਦਾ ਨਹੀਂ ਜਾਪਦਾ। ਮੇਰਾ ਹਾਸਾ ਨਿਕਲ ਗਿਆ ਕਿਉਂਕਿ ਉਹਨੇ ਹੱਥ ਤਾਂ ਸਿਰਫ ਮੱਖੀ ਨੂੰ ਲਗਾਇਆ ਸੀ, ਸਾਈਡ ਵਾਲੀ ਸਾਹ ਤੇ। ਤਾਇਆ ਮਨਸਾ ਰਾਮਾ ਜੀ, ਦਿਲ ਤਾਂ ਦੂਜੇ ਪਾਸੇ ਹੁੰਦਾ ਹੈ ਤੇ ਸੱਜੇ ਪਾਸੇ ਕਿਵੇਂ ਧੜਕੇ, ਭਾਵ ਕਿ ਦਿਲ ਤਾਂ ਉਹਨੇ ਕਿਹਾ ਕਿ ਲੈਫਟ ਸਾਈਡ ਤੇ ਹੁੰਦਾ ਹੈ, ਖੱਬੇ ਪਾਸੇ ਤੇ ਤੁਹਾਡਾ ਸੱਜੇ ਪਾਸੇ ਕਿਸ ਤਰ੍ਹਾਂ ਦਰਦ ਕਰ ਰਿਹਾ ਹੈ, ਠੀਕ ਹੈ। ਦਿਲ ਧੜਕਣ ਬਿਨਾਂ ਤਾਂ ਕੋਈ ਸ਼ਾਇਦ ਜਿੰਦਾ ਰਹਿ ਸਕਦਾ ਹੈ, ਤਾਏ ਮਨਸਾ ਰਾਮਾ ਨਹੀਂ। ਦਿਲ ਤਾਂ ਉਹ ਕੜੀ ਹੈ ਕਿ ਟਕ ਟਕ ਹਟੀ ਤੇ ਟਕੇ ਦੀ ਮੁੱਲ ਹੀ ਨਹੀਂ, ਭਾਵ ਕਿ ਜਦੋਂ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਸਮਝ ਲਓ ਸਾਡੀ ਮੌਤ ਹੋ ਗਈ। ਤਾਇਆ ਮਨਸਾ ਰਾਮਾ ਨੂੰ ਕੁਝ ਤਰਵਾਸ ਆਇਆ, ਭਾਵ ਕਿ ਕੁਝ ਹੌਸਲਾ ਵੱਜਿਆ ਤਾਂ ਸਹੀ, ਪਰ ਫਿਰ ਵੀ ਕਹਿ ਲੱਗਾ, ਮੈਂ ਕਿਹਾ ਇਹਦਾ ਕੋਈ ਪਤਾ ਨਹੀਂ, ਅੱਜ ਨਹੀਂ ਧੜਕਣੋਂ ਹਟਿਆ ਤਾਂ ਕੱਲ ਹਟ ਜਾਏਗਾ, ਭਾਵ ਕਿ ਉਹਨੂੰ ਵਹਿਮ ਹੀ ਲੱਗ ਗਿਆ ਕਿ ਹੁਣ ਉਹਦਾ ਦਿਲ ਜੂ ਧੜਕਣਾ ਬੰਦ ਹੋ ਜਾਵੇਗਾ। ਇਉਂ ਵਹਿਮੀ ਤਾਇਆ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਨਹੀਂ ਸੀ ਹੁੰਦੀ ਉਹ ਲੱਗ ਜਾਂਦੀ, ਭਾਵ ਕਿ ਜਿਹੜੀ ਬਿਮਾਰੀ ਡਾਕਟਰ ਨੇ ਵੀ ਨਹੀਂ ਸੋਚੀ ਹੁੰਦੀ ਸੀ ਉਹ ਬਿਮਾਰੀ ਤਾਏ ਮਨਸਾ ਰਾਮ ਨੂੰ ਲੱਗ ਜਾਂਦੀ। ਕਿਉਂ? ਕਿਉਂਕਿ ਉਹ ਸਿਰਫ ਕੀ ਕਰਦਾ ਸੀ, ਵਹਿਮ ਕਰਦਾ ਸੀ। ਕੁਝ ਮਹੀਨੇ ਦੀ ਗੱਲ ਹੈ ਕਿ ਮੈਂ ਤਾਇਆ ਮਨਸਾ ਰਾਮ ਨੂੰ ਨਾਲ ਲੈ ਕੇ ਝਾੜ ਚਪਾੜਾ ਕਰਨ ਵਾਲੇ ਕੋਲ ਚਲਿਆ ਗਿਆ, ਠੀਕ ਹੈ। ਝਾੜ ਚਪਾੜਾ ਮਤਲਬ ਜਿਹੜਾ ਉਹ ਕਰਦਾ ਹੈ, ਝਾੜਾ ਕਰਵਾਉਣ ਜਾਂਦੇ ਆ ਬੇਟਾ, ਤਾਂ ਕਿ ਨਜ਼ਰ ਨਾ ਲੱਗੇ, ਨਜ਼ਰ ਉਤਾਰਨ ਦੇ ਲਈ। ਮੈਂ ਨਹੀਂ ਸਾ ਚਾਹੁੰਦਾ, ਪਰ ਤਾਇਆ ਖਹਿੜੇ ਪੈ ਗਿਆ ਤਾਂ ਮੇਰੀ ਵਾਹ ਨਾ ਪਈ। ਉੱਥੇ ਪੁੱਜੇ ਤਾਂ ਮਦਾਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵਾਲੇ ਇਸ਼ਾਰਾ ਕਰਕੇ ਕਿਹਾ, ਹੁਣ ਦੇਖੋ ਕਿੰਨੇ ਇਸ਼ਾਰਾ ਕਰਕੇ ਕਿਹਾ, ਮਦਾਰੀ ਨੇ। ਹੁਣ ਮਦਾਰੀ ਕੀ ਕਹੇਗਾ, ਠੀਕ ਹੈ, ਮਦਾਰੀ ਕੀ ਕਹੇਗਾ, ਮਦਾਰੀ ਠੀਕ ਹੈ, ਜੁੜੀ ਭੀੜ ਵਾਲੀ ਇਸ਼ਾਰਾ ਕਰਕੇ ਕਿਹਾ, ਲੋ ਭਾਈ ਤੁਸੀਂ ਤਾਂ ਵੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਹੀ ਨਹੀਂ। ਉਹਨੇ ਇਸ਼ਾਰਾ ਕਰਕੇ ਕਿਹਦੇ ਵੱਲ ਕਿਹਾ, ਤਾਏ ਮਨਸਾ ਰਾਮ ਵੱਲ। ਕੀ ਕਿਹਾ, ਇਹਦਾ ਕੀ ਨਹੀਂ ਹੈ, ਇਹਦਾ ਸਿਰ ਹੈ ਹੀ ਨਹੀਂ। ਮਨਸਾ ਰਾਮ ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ, ਠੀਕ ਹੈ ਮਹਾਰਾਜ, ਮੇਰਾ ਸਿਰ ਹੈ ਹੀ ਨਹੀਂ, ਭਾਵ ਕਿ ਉਹਨੇ ਵੀ ਹਾਂ ਵਿੱਚ ਹਾਂ ਮਿਲਾਤੀ ਮਦਾਰੀ ਦੀ ਕਿ ਹਾਂ ਮੇਰਾ ਸਿਰ ਹੈ ਹੀ ਨਹੀਂ। ਮੈਨੂੰ ਬੜਾ ਗੁੱਸਾ ਆਇਆ, ਮੈਂ ਕੜਕਿਆ, ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਹਦੇ ਉੱਪਰ ਬੰਦੀ ਹੋ, ਭਾਵ ਕਿ ਉਹਨੇ ਕੀ ਬੰਨੀ ਸੀ ਸਿਰ ਤੇ, ਪੱਗ ਵੀ ਅੰਡਰਲਾਈਨ ਕਰੋ, ਉਹਨੇ ਸਿਰ ਤੇ ਕੀ ਬੰਨੀ ਸੀ, ਪੱਗ ਬੰਨੀ ਹੋਈ ਸੀ। ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਵਾਇਆ, ਠੀਕ ਹੈ। ਮਦਾਰੀ ਨੇ ਕਿਉਂ ਕਿਹਾ ਸੀ, ਉਹਨੇ ਸਿਰ ਤੇ ਪੱਗ ਬੰਨੀ ਹੋਈ ਸੀ, ਠੀਕ ਹੈ। ਉਹਨੇ ਤਾਂ ਸਾਰੇ ਲੋਕਾਂ ਨੂੰ ਕਹਿਤਾ ਦੇਖੋ ਉਹਦਾ ਸਿਰ ਹੈ ਨਹੀਂ, ਤੇ ਅੱਗੋਂ ਤਾਏ ਮਨਸਾ ਰਾਮ ਨੂੰ ਵੀ ਇਹ ਵਹਿਮ ਲੱਗ ਗਿਆ ਕਿ ਵਾਕਈ ਉਹਦਾ ਸਿਰ ਨਹੀਂ ਹੈ। ਫਿਰ ਲੇਖਕ ਨੇ ਵਿਸ਼ਵਾਸ ਦਿਖਾਇਆ ਕਿ ਤੁਹਾਡੇ ਸਿਰ ਤੇ ਪੱਗ ਬੰਨੀ ਹੋਈ ਹੈ, ਠੀਕ ਹੈ, ਪੱਗ ਕਿਤੇ ਬੰਨੀ ਦੀ ਸਿਰ ਤੇ, ਇਸ ਕਰਕੇ ਤੁਹਾਡਾ ਸਿਰ ਹੈ ਤਾਂ ਹੀ ਤੁਸੀਂ ਪੱਗ ਬੰਨੀ ਹੈ। ਤਾਏ ਦੀ ਪੜਾਈ ਹੋਈ ਆਵਾਜ਼ ਆਈ, ਮੇਰੀ ਜਾਨ ਨੂੰ ਖਤਰਾ ਹੈ। ਨਹੀਂ ਸੌਰੀ, ਮੈਂ ਪਰਸੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ, ਠੀਕ ਹੈ। ਫਿਰ ਦੂਸਰੇ ਵਹਿਮ ਦੀ ਕਿਹੜੀ ਗੱਲ ਕਰ ਰਿਹਾ ਹੈ, ਪਰ ਪਰਸੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ। ਮੇਰੇ ਕੋਲ ਨੀਵੇਂ ਲੱਕ ਆਇਆ, ਭਾਵ ਕਿ ਝੁਕ ਕੇ ਆਇਆ, ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ, ਬੁੱਲ ਸੁੱਕੇ ਹੋਏ, ਬੜੀ ਮਰੀ ਹੋਈ ਆਵਾਜ਼ ਉਹਨੇ ਮੂੰਹੋਂ ਨਿਕਲੀ, ਛੇਤੀ ਕਰੋ ਮੈਨੂੰ ਕਿਧਰੇ ਲੈ ਚੱਲੋ। ਮੈਂ ਕਿਹਾ, ਕਿਉਂ ਤਾਇਆ ਜੀ, ਸੁੱਖ ਤਾਂ ਹੈ। ਤਾਏ ਦੀ ਪੜਾਈ ਹੋਈ ਆਵਾਜ਼ ਆਈ, ਮੇਰੀ ਜਾਨ ਨੂੰ ਖਤਰਾ ਹੈ। ਅੱਜ ਸ਼ਾਮ ਤੱਕ ਮੈਨੂੰ ਲਾਮ-ਚਾਮ ਨਾ ਕੀਤਾ, ਭਾਵ ਕੋਈ ਦਵਾ ਦਾਰੂ ਨਾ ਕੀਤੀ ਤਾਂ ਸਮਝੋ ਮੈਂ ਨਹੀਂ। ਇਹ ਆਖਦਿਆਂ ਤਾਇਆ ਮਨਸਾ ਰਾਮ ਦੀਆਂ ਭੁੱਬਾਂ ਨਿਕਲ ਗਿਆ, ਭਾਵ ਕਿ ਰੋਣ ਲੱਗ ਗਿਆ। ਔਰ ਗੱਲ ਕੀ ਹੈ ਤਾਇਆ, ਗੱਲ ਕੀ ਹੈ, ਸ਼ਿੰਗਾਰੂ ਹੋਰਾਂ ਨੇ ਕੱਲ ਦੀ ਮਾਰ ਖੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਹੈ। ਕਿੰਨੇ ਲਗਾਈ ਹੋਈ ਸੀ, ਸ਼ਿੰਗਾਰੂ ਹੋਰਾਂ ਨੇ। ਨਾਮ ਲਿਖੋ, ਬੱਕਰੀ ਕਿੰਨਿਆਂ ਨੇ, ਕੀ ਵਹਿਮ ਸੀ ਕਿ ਸ਼ਿੰਗਾਰੂ ਹੋਰਾਂ ਨੇ, ਠੀਕ ਹੈ, ਕੀ ਵਹਿਮ ਸੀ ਕਿ ਸ਼ਿੰਗਾਰੂ ਹੋਰਾਂ ਨੇ ਜਿਹੜੀ ਬੱਕਰੀ ਸੀ ਉਹਨਾਂ ਦੇ ਮਗਰ ਲਗਾਈ ਹੋਈ ਏ। ਉਹਦੇ ਸਿੰਘਾਂ ਨਾਲ ਛੁਰੀਆਂ ਬੰਨ ਛੱਡੀਆਂ ਨੇ ਮੇਰੇ ਵੈਰੀਆਂ ਨੇ। ਮੈਂ ਬਥੇਰਾ ਮੱਥਾ ਮਾਰਿਆ ਭਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ, ਪਰ ਤਾਇਆ ਮਨਸਾ ਰਾਮਾ ਅਜੇ ਤੱਕ ਨਹੀਂ ਮੰਨਿਆ, ਤੇ ਮੰਨੇ ਵੀ ਕਿਵੇਂ, ਠੀਕ ਹੈ। ਉਹਨੇ ਸਮਝਾਇਆ ਲੇਖਕ ਨੇ, ਬੱਕਰੀ ਕਿਉਂ ਮਾਰੇਗੀ ਇਨਸਾਨ ਨੂੰ, ਤੁਹਾਨੂੰ ਤਾਇਆ ਜੀ ਐਵੇਂ ਵਹਿਮ ਹੀ ਹੈ, ਠੀਕ ਹੈ। ਪਰ ਤਾਏ ਨੇ ਉਹਦੀ ਗੱਲ ਬਿਲਕੁਲ ਨਾ ਮੰਨੀ। ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ, ਭਾਵ ਕਿ ਲੇਖਕ ਉਹਨੂੰ ਸਮਝਾ ਕੇ ਥੱਕ ਗਿਆ ਕਿ ਤਾਇਆ ਜੀ ਵਹਿਮ ਨਾ ਕਰੋ,
पर ਜਿਹੜਾ ਕੀ ਸੀ ਉਹ ਲੇਖਕ ਨੇ ਕਿ ਹਰ ਬਿਮਾਰੀ ਦਾ ਇਲਾਜ ਹੈ, ਵਹਿਮ ਦਾ ਇਲਾਜ ਨਹੀਂ। ਭਾਵ ਕਿ ਇਸ ਚੈਪਟਰ ਤੋਂ ਸਾਨੂੰ ਕੀ ਸਿੱਖਿਆ ਮਿਲੀ, ਕੀ ਸੰਦੇਸ਼ ਮਿਲਿਆ ਆ? ਭਾਵ ਕਿ ਜਿਹੜਾ ਇਨਸਾਨ ਜਿਹੜਾ ਕਿ ਵਹਿਮਾਂ ਭਰਮਾਂ ਦੇ ਫਸ ਜਾਂਦਾ ਹੈ, ਉਹ ਇਨਸਾਨ ਬੇਟਾ ਆਪਣੀ ਜ਼ਿੰਦਗੀ ਸਾਰੀ ਉਮਰ ਨਿਰਾਸ਼ਾ ਦੇ ਵਿੱਚ, ਉਦਾਸੀ ਦੇ ਵਿੱਚ ਗੁਜ਼ਾਰਦਾ ਹੈ। ਠੀਕ ਹੈ, ਜੇ ਵਿਅਕਤੀ ਨੂੰ ਸਮਝਾਣ, ਜੇ ਵਿਅਕਤੀ ਨੂੰ ਜਿਹੜਾ ਕਿ ਅਸੀਂ ਹੌਲੀ ਹੌਲੀ ਦਲੀਲਾਂ ਦੇ ਕੇ ਸਮਝਾ ਸਕਦੇ ਹਾਂ, ਜਿਸ ਤਰ੍ਹਾਂ ਬੇਟਾ ਬਿਮਾਰੀ, ਠੀਕ ਹੈ, ਜਿਸ ਤਰ੍ਹਾਂ ਬਿਮਾਰੀ ਆ ਤਾਂ ਜਾਂਦੀ ਹੈ, ਠੀਕ ਹੈ, ਜਾਂਦੀ ਜਿਹੜੀ ਕਿ ਹੌਲੀ ਹੌਲੀ ਹੈ, ਉਸੇ ਤਰ੍ਹਾਂ ਬੇਟਾ ਜੇ ਕਿਸੇ ਇਨਸਾਨ ਨੂੰ ਕਿਸੇ ਗੱਲ ਦਾ ਵਹਿਮ ਲੱਗ ਜਾਵੇ ਤਾਂ ਉਹ ਵਹਿਮ ਬੇਟਾ ਜਲਦੀ ਜਾਂਦਾ ਨਹੀਂ ਹੈ। ਠੀਕ ਹੈ, ਉਹ ਵਹਿਮ ਹੌਲੀ ਹੌਲੀ ਸਮਝਾ ਕੇ ਦਲੀਲਾਂ ਦੇ ਕੇ ਹੀ ਉਸ ਦਾ ਵਹਿਮ ਦੂਰ ਕੀਤਾ ਜਾ ਸਕਦਾ ਹੈ। ਇਸ ਪਾਠ ਵਿੱਚ ਸਾਨੂੰ ਸਿੱਖਿਆ ਦਿੱਤੀ ਕਿ ਸਾਨੂੰ ਆਪਣੀ ਜ਼ਿੰਦਗੀ ਵਹਿਮਾਂ ਭਰਮਾਂ ਵਿੱਚ ਪੈ ਕੇ, ਠੀਕ ਹੈ, ਆਪਣੀ ਜ਼ਿੰਦਗੀ ਨੂੰ ਖਰਾਬ ਨਹੀਂ ਕਰਨਾ ਚਾਹੀਦਾ, ਬਰਬਾਦ ਨਹੀਂ ਕਰਨਾ ਚਾਹੀਦਾ, ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਅਸਲੀਅਤ ਨੂੰ ਪਹਿਚਾਨਣਾ ਚਾਹੀਦਾ ਹੈ। ਕਲੀਅਰ ਹੈ ਬੇਟਾ ਚੈਪਟਰ ਸਾਰਿਆਂ ਨੂੰ? ਠੀਕ ਹੈ, ਹੁਣ ਅਸੀਂ ਇਹਦੇ ਕੁਐਸਚਨ ਆਨਸਰ ਕਰਾਂਗੇ। ਓਕੇ, ਅਗਰ ਕਿਸੇ ਨੂੰ ਕੋਈ ਡਾਊਟ ਹੈ ਚੈਪਟਰ ਵਿੱਚ ਨਹੀਂ ਸਮਝ ਆਇਆ then please raise your hand beta. yes, ਲਾਸਟ ਪੈਜ ਉਹਨੇ ਕਿਹੜੇ ਵਹਿਮ ਦੀ ਗੱਲ ਕੀਤੀ? ਵੀ ਬੱਕਰੀ ਦੇ ਵਹਿਮ ਦੀ ਗੱਲ ਕੀਤੀ ਕਿ ਸ਼ਿੰਗਾਰੂ, ਠੀਕ ਹੈ, ਨਾਮ ਹੈ ਸ਼ਿੰਗਾਰੂ, ਨਾਲ ਦਾ ਕੋਈ ਗੁਆਂਢੀ ਹੋਣਾ ਕੋਈ, ਠੀਕ ਹੈ, ਨੇਬਰਸ, ਵੀ ਸ਼ਿੰਗਾਰੂ ਹੋਰਾਂ ਨੇ, ਸ਼ਿੰਗਾਰੂ ਆਦੀ ਇੱਕ ਬੱਕਰੀ ਹੈ, ਉਹਨਾਂ ਦੀ ਬੱਕਰੀ ਦੇ ਉਹਨਾਂ ਨੇ ਕੀ ਕੀਤਾ? ਬੱਕਰੀ ਦੇ ਸਿੰਗਾਂ ਦੇ ਉੱਤੇ ਕੀ ਲਗਾ ਦਿੱਤਾ? ਚਾਕੂ ਛੁਰੀਆਂ ਬੰਨ ਦਿੱਤੀਆਂ ਤੇ ਉਹਨਾਂ ਨੇ ਬੱਕਰੀ ਕੀ ਹੈ ਮੇਰੇ ਪਿੱਛੇ ਦੌੜਾ ਦਿੱਤੀ ਹੈ। ਉਹ ਬੱਕਰੀ ਮੈਨੂੰ ਮਾਰਨ ਲਈ, ਠੀਕ ਹੈ, ਆਈ ਹੋਈ ਹੈ, ਉਹ ਮੈਨੂੰ ਬੱਕਰੀ ਮਾਰ ਦੇਗੀ। ਠੀਕ ਹੈ, ਕਿੰਨੇ ਬੱਕਰੀ ਪਿੱਛੇ ਲਾਈ ਸੀ? ਸ਼ਿੰਗਾਰੂ ਹੋਰਾਂ ਨੇ ਬੱਕਰੀ ਮੇਰੇ ਪਿੱਛੇ ਲਾ ਦਿੱਤੀ ਹੈ ਤੇ ਜਿਸ ਕਰਕੇ ਮੈਂ ਜਲਦੀ ਮਰ ਜਾਵਾਂਗਾ। ਠੀਕ ਹੈ, ਮੈਨੂੰ ਉਸ ਤੋਂ ਬਚਾ ਲਓ। ਫਿਰ ਲੇਖਕ ਬੇਟਾ ਉਹਨੂੰ ਸਮਝਾਉਂਦਾ ਹੈ ਕਿ ਤਾਇਆ ਜੀ ਬੱਕਰੀ ਕਿਉਂ ਇਨਸਾਨ ਨੂੰ ਮਾਰੇਗੀ? ਠੀਕ ਹੈ, ਬੱਕਰੀ ਤਾਂ ਬਿਲਕੁਲ ਛੋਟੀ ਜਿਹੀ ਹੁੰਦੀ, ਬੱਕਰੀ ਕਿਉਂ ਮਾਰੇਗੀ? ਤੁਸੀਂ ਐਵੇਂ ਵਹਿਮ ਵਿੱਚ ਹੀ ਪਏ ਹੋ। ਪਰ ਤਾਇਆ ਮਨਸਾ ਰਾਮ ਉਹਦੀ ਇੱਕ ਵੀ ਗੱਲ ਨਾ ਮੰਨਿਆ ਤੇ ਅਖੀਰ ਨੇ ਲੇਖਕ ਨੇ ਵੀ ਹਾਰ ਮੰਨ ਲਈ ਕਿ ਹਰ ਬਿਮਾਰੀ ਦਾ ਇਲਾਜ ਹੈਗਾ ਪਰ ਵਹਿਮ ਦਾ ਇਲਾਜ ਨਹੀਂ ਹੈ। ਠੀਕ ਹੈ, ਕਲੀਅਰ ਹੈ ਬੇਟਾ ਪਰਨ? ਯੈਸ, ਐਨੀ ਅਦਰ ਡਾਊਟ ਬੇਟਾ? क्लियर बेटा सब नु चैप्टर? ठीक है, 1 मार्क्स क्वेश्चन। यस, फर्स्ट क्वेश्चन, ਵਹਿਮੀ ਤਾਇਆ ਲੇਖ ਕਿਸ ਦਾ ਲਿਖਿਆ ਹੋਇਆ ਹੈ? yes, raise your hand beta. yes, yes Dharin, yes, किस ਦਾ ਲਿਖਿਆ ਹੋਇਆ ਲੇਖ ਬੇਟਾ? मैम वहमी ताया लेख सूबा सिंह ਦਾ ਲਿਖਿਆ ਹੋਇਆ ਹੈ। ਕਿਹਦਾ ਲਿਖਿਆ ਹੋਇਆ ਹੈ? सूबा सिंह ਦਾ। ਨਾਲ ਨਾਲ ਬੇਟਾ 1 ਮਾਰक्स क्वेश्चन लिखते जाना। सेकंड क्वेश्चन, ਸਾਰੇ ਲੋਕ ਮਨਸਾ ਰਾਮ ਨੂੰ ਵਹਿਮੀ ਤਾਇਆ ਕਹਿ ਕੇ ਕਿਉਂ ਬੁਲਾਉਂਦੇ ਸਨ? yes, only 2 student, yes Aparan, ਕਿਉਂਕਿ ਸਾਰੇ ਲੋਕ ਮਨਸਾ ਰਾਮ ਨੂੰ ਵਹਿਮੀ ਤਾਇਆ ਇਸ ਲਈ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਉਹ ਹਰ ਸਮੇਂ ਵਹਿਮਾਂ ਭਰਮਾਂ ਵਿੱਚ ਫਸਿਆ ਰਹਿੰਦਾ ਸੀ। yes, ਕਿਉਂਕਿ ਤਾਇਆ ਮਨਸਾ ਰਾਮਾ ਹਰ ਸਮੇਂ ਵਹਿਮਾਂ ਭਰਮਾਂ ਵਿੱਚ ਫਸਿਆ ਰਹਿੰਦਾ ਸੀ। ਵਹਿਮੀ ਤਾਇਆ ਵਾਰਤਕ ਲੈ ਦੇ ਸ਼ੁਰੂ ਵਿੱਚ ਮਨਸਾ ਰਾਮ ਨੂੰ ਕਿਹੜਾ ਵਹਿਮ ਚੰਬੜਿਆ ਹੋਇਆ ਸੀ? ਵਹਿਮੀ ਤਾਇਆ ਵਾਰਤਕ ਲੈ ਦੇ ਸ਼ੁਰੂ ਦੇ ਵਿੱਚ ਤਾਏ ਨੂੰ ਜਾਂ ਮਨਸਾ ਰਾਮ ਨੂੰ ਕਿਹੜਾ ਵਹਿਮ ਚੰਬੜਿਆ ਹੋਇਆ ਸੀ? ਯੈਸ ਬੇਟਾ, ਵਹਿਮੀ ਤਾਇਆ, ਯੈਸ ਯੈਸ, ਹਾਂ ਬੇਟਾ। ਵਹਿਮੀ ਤਾਇਆ ਲੇਖ ਵਿੱਚ ਤਾਏ ਨੂੰ ਸ਼ੁਰੂ ਵਿੱਚ ਇਹ ਵਹਿਮ ਚੰਬੜਿਆ ਹੋਇਆ ਸੀ ਕਿ ਉਸਨੂੰ ਬੁਖਾਰ ਹੈ। ਹਾਂ, ਵੈਰੀ ਗੁੱਡ, ਉਸਨੂੰ ਬੁਖਾਰ ਹੈ ਜਾਂ ਭੱਖ ਹੈ। ਠੀਕ ਹੈ, ਕੋਈ ਵੀ ਵਰਡ ਲਿਖ ਸਕਦੇ। ਜੇ ਐਮਸੀਕਿਊ ਜਾਵੇ ਤਾਂ ਉੱਥੇ ਭੱਖ ਵਰਡ ਵੀ ਲਿਖਿਆ ਆ ਸਕਦਾ ਹੈ। ਠੀਕ ਹੈ, ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ, ਇਸ ਕਰਕੇ ਬ੍ਰੈਕਟ ਵਿੱਚ ਭੱਖ ਵਰਡ ਵੀ ਲਿਖ ਲੈਣਾ। ਠੀਕ ਹੈ, ਉਹਨੂੰ ਕਿਹੜਾ ਵਹਿਮ ਚੰਬੜਿਆ ਹੋਇਆ ਸੀ? ਜਿਸਨੂੰ ਬੁਖਾਰ ਹੈ ਜਾਂ ਭੱਖ ਹੈ। ठीक है, बुखार वर्ड भी आ सकता है, पख वर्ड भी आ सकता है। ठीक है, नेक्स्ट क्वेश्चन है, मनसा राम ਨੂੰ ਕਿੰਨੇ ਸਾਲ ਤੱਕ
ਭੱਖ ਵਹਿਮ ਚੰਬੜਿਆ ਰਿਹਾ ਸੀ ਜਾਂ ਬੁਖਾਰ ਹੁੰਦਾ ਵਹਿਮ ਚੰਬੜਿਆ ਰਿਹਾ ਸੀ, ਕਿੰਨੇ ਸਾਲ ਤੱਕ? ਯੈਸ ਜਸਲੀਨ, ਯੈਸ ਬੇਟਾ। ਤਾਏ ਨੂੰ 5 ਸਾਲ ਤੱਕ ਵਹਿਮ ਚੰਬੜਿਆ ਰਿਹਾ ਸੀ। हाँ वेरी गुड। कितने साल तक बुखार होता वहम चमड़े ऐसी? 5 साल तक। वेरी गुड। नेक्स्ट क्वेश्चन है, दुनिया विच किस बीमारी का इलाज नहीं है? यस, दुनिया विच किस बीमारी का इलाज नहीं है? यस आरजू, मैम यस। किस बीमारी का इलाज नहीं बेटा दुनिया विच? वहमी हाँ, वहम दा, वहम दा। वेरी गुड, वेरी गुड बेटा। दुनिया विच वहम वर्गी बीमारी दा या वहम दा इलाज नहीं है। नेक्स्ट है, ताया मनसाराम केड़े हकीम दा नाम लेंदा है? ताया मनसाराम केड़े हकीम दा नाम लेंदा है? यस आदित्य, आदित्य अनम्यूट योरसेल्फ। यस बेटा, मदारी मैम, यस बेटा। केड़े हकीम दा नाम लिया सी बेटा उन्हें? मदारी मैम, बेटा करतार चंद मोहम्मद हकीम अली। दा। केड़े हकीम दा नाम लिया सी? करतार चंद। उन्हें कहा सी ना तू वड्डे करतार चंद हकीम दा चेला है। ठीक है, ਜਦੋਂ ਉਹਨੂੰ ਸਮਝਾਉਂਦਾ ਹੈ ਕਿ Sorry, ਤਾਇਆ मैम, वो ਜੀ गलती ਸਾਨੂੰ थी। ਕੁਝ ਵੀ ਨਹੀਂ ਹੋਇਆ, ਉਹਨੇ ਕਿਹਦਾ ਨਾਮ ਲਿਆ ਸੀ? ਕਰਤਾਰ ਚੰਦ ਹਕੀਮ ਦਾ। मैम वो थोड़ा डाउट पड़ गया था। ਕਰਤਾਰ ਚੰਦ ਹਕੀਮ ਦਾ। ਨੈਕਸਟ ਕੁਐਸਚਨ ਹੈ, ਤਾਇਆ ਮਨਸਾ ਰਾਮ ਨੇ ਕੁੱਤੇ ਦੇ ਦੰਦ ਮਾਰਨ ਦੇ ਵਹਿਮ ਵਿੱਚ ਕਿੰਨੇ ਟੀਕੇ ਲਗਵਾਏ ਸੀ? ਠੀਕ ਹੈ, ਜਦੋਂ ਉਹਨੂੰ ਕੁੱਤੇ ਦੇ ਵਹਿਮ ਚਿਮੜ ਗਿਆ ਸੀ ਕਿ ਉਹਦਾ ਪੈਰ ਕੁੱਤੇ ਦੀ ਪੂੰਛ ਉੱਤੇ ਆ ਗਿਆ ਸੀ ਤੇ ਉਹਨੇ ਕਿੰਨੇ ਟੀਕੇ ਲਗਵਾਏ ਸੀ? यस, यस ऋतिक बेटा। ਤਾਏ ਨੂੰ ਕੁੱਤੇ ਦੇ ਕੱਟਣ ਦੇ ਵਹਿਮ ਤੇ 14 ਟੀਕੇ ਲਗਵਾਉਣੇ ਪਏ। कितने टीके लगवाए गए? 14 टीके। गुड। नेक्स्ट क्वेश्चन है, ਡਾਕਟਰ ਨੇ ਤਾਏ ਕੋਲੋਂ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਮਿਲਾ ਕੇ ਕੁੱਲ ਕਿੰਨੇ ਪੈਸੇ ਲਏ ਸੀ? ਠੀਕ ਹੈ, ਡਾਕਟਰ ਨੇ ਰਾਤ ਜਗਾਈ, ਜਦੋਂ ਉਹਦਾ ਪੈਰ ਕੁੱਤੇ ਲਿੱਤ ਦੇ ਆ ਕੇ ਡਿੱਗ ਪਿਆ ਸੀ, ਉਹਨੂੰ ਵਹਿਮ ਚੰਬੜ ਗਿਆ ਸੀ ਤੇ ਉਹਨੇ ਕਿੰਨੇ ਪੈਸੇ ਲਏ ਸੀ ਉਹਦੇ ਕੋਲੋਂ? ਯੈਸ ਬੇਟਾ, ਯੈਸ ਜਸਲੀਨ, ਯੈਸ ਜਸਲੀਨ। 60 रुपए लए ਸੀ। हाँ यस, कितने रुपए लिए सी? 60 रुपए। गुड। नेक्स्ट क्वेश्चन है, ਤਾਏ ਮਨਸਾ ਰਾਮ ਨੇ ਗੁਆਂਢੀਆਂ ਦੇ ਮੁੰਡੇ ਨੂੰ ਕੀਟਾਣੂ ਮੁਕਤ ਕਰਨ ਲਈ ਕੀ ਕੀਤਾ ਸੀ? ਠੀਕ ਹੈ, ਜਦੋਂ ਗੁਆਂਢੀਆਂ ਦਾ ਮੁੰਡਾ, ਜਦੋਂ ਉਹਦਾ ਕੋਈ ਰਿਸ਼ਤੇਦਾਰ ਮੇਲ ਮੁਲਾਕਾਤੀ ਗੁਆਂਢੀਆਂ ਦੇ ਮੁੰਡੇ ਨੂੰ ਚੁੰਮ ਗਿਆ ਸੀ ਤਾਂ ਉਹਨੇ ਕੀ ਕੀਤਾ? ਯੈਸ, यस अपरन, यस बेटा। ਉਹ ਸਾਬਣ ਨਾਲ ਉਸ ਨੂੰ ਰਗੜਨ ਲੱਗ ਗਿਆ ਤੇ ਉਸ ਨੂੰ ਸਾਫ਼ ਕਰਨ ਲੱਗ ਪਿਆ। हाँ, ਉਹਨੂੰ ਕੀ ਕੀਤਾ? ਸਾਬਣ ਲਾ ਕੇ ਚੰਗੀ ਤਰ੍ਹਾਂ ਰਗੜਨ ਲੱਗ ਗਿਆ। ਠੀਕ ਹੈ, ਤੇ ਇਥੋਂ ਤੱਕ ਕਿ ਉਹਦੇ ਕੰਨਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਗਿਆ। ਠੀਕ ਹੈ, ਸਾਬਣ ਲਾ ਕੇ ਉਹਨੂੰ ਚੰਗੀ ਤਰ੍ਹਾਂ ਧੋਣ ਲੱਗ ਗਿਆ। ਠੀਕ ਹੈ, ਨਹਾਉਣ ਲੱਗ ਗਿਆ ਜਾਂ ਰਗੜਨ ਲੱਗ ਗਿਆ, ਜਿਸ ਕਰਕੇ ਉਹਦੇ ਕੰਨਾਂ ਵਿੱਚੋਂ ਖੂਨ ਵੀ ਨਿਕਲਣ ਲੱਗ ਗਿਆ। ਨੈਕਸਟ ਹੈ, ਕੀਟਾਣੂ ਝਾੜਨ ਲਈ ਤਾਇਆ ਕੀ ਕਰਦਾ ਸੀ? ਕੀਟਾਣੂ ਝਾੜਨ ਦੇ ਲਈ ਤਾਇਆ ਕੀ ਕਰਦਾ ਸੀ ਜਾਂ ਕਿੰਨੇ ਕਿੰਨੇ ਘੰਟੇ ਤੱਕ ਹੱਥ ਹੁੰਦਾ ਸੀ? ਕਿੰਨੇ ਘੰਟੇ ਤੱਕ ਹੱਥ ਹੁੰਦਾ ਸੀ? ਯੈਸ ਧੈਰਿਨ। ਮੈਮ ਕੀਟਾਣੂ ਲਾਉਣ ਲਈ ਵਹਿਮੀ ਤਾਇਆ ਮਨਸਾ ਰਾਮ ਆਧੇ ਘੰਟੇ ਲਈ ਹੱਥ ਧੋਂਦਾ ਸੀ। ਇਸ ਤੋਂ ਇਲਾਵਾ ਉਹ ਕੁਰਸੀ ਨੂੰ ਉਬਲਦੇ ਪਾਣੀ ਵਿੱਚ ਤੇ ਚੱਦਰ ਨੂੰ ਵੀ ਉਬਲਦੇ ਪਾਣੀ ਨਾਲ ਧੋਂਦਾ ਸੀ ਤੇ ਕੀਟਨਾਸ਼ਕ ਪਾਊਡਰ ਦਾ ਵੀ ਵਰਤੋਂ ਕਰਦਾ ਸੀ। यस, ये बेटा 1 मार्क्स आएगा या एमसीक्यू भी इससे ਤੁਸੀਂ ਲਿਖਣਾ ਅੱਧੇ ਘੰਟੇ ਤੱਕ ਆਪਣੇ ਹੱਥ ਸਾਬਣ ਲਾ ਕੇ ਧੋਂਦਾ ਸੀ। ਠੀਕ ਹੈ, ਸਿਰਫ ਇਹ ਲਿਖੋਗੇ ਅੱਧੇ ਘੰਟੇ ਤੱਕ ਸਾਬਣ ਲਾ ਕੇ ਆਪਣੇ ਹੱਥ ਧੋਂਦਾ ਸੀ। ਨੈਕਸਟ ਹੈ, ਕਿਹੜੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਿਆਂ ਉਸ ਦਾ ਪੈਰ ਕੁੱਤੇ ਦੀ ਪੂੰਛ ਤੇ ਆਇਆ ਸੀ?
ਕਿਹੜੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਿਆਂ ਉਸ ਦਾ ਪੈਰ ਕੁੱਤੇ ਦੀ ਪੂੰਛ ਤੇ ਆਇਆ ਸੀ। ਹਲਵਾਈ ਕਿਹੜੇ ਹਲਵਾਈ ਤੇ ਬੈਠਾ ਸੀ? ਯੈਸ ਜਸਲੀਨ। ਕਿਸਨੇ ਹਲਵਾਈ ਦੀ ਹੱਟੀ ਤੇ ਉਸਦਾ ਪੈਰ ਕੁੱਤੇ ਦੀ ਪੂੰਛ ਤੇ ਆਇਆ ਹਾਂ। ਸੀ? ਕਿਸਨੇ ਹਲਵਾਈ ਦੀ ਹੱਟੀ ਤੇ ਕਿਹੜੀ ਹਲਵਾਈ ਦੀ? ਕਿਸੇ ਤਰੀਕੇ ਵੀ ਕੁਐਸਚਨ ਆ ਸਕਦਾ ਹੈ। ਕਿਸਨੇ ਹਲਵਾਈ ਦੀ ਹੱਟੀ ਤੇ ਚਾਹ ਪੀਂਦੇ ਉਹਦਾ ਪੈਰ ਕਿੱਥੇ ਆਇਆ ਸੀ? ਫਿਰ ਆਪਾਂ ਲਿਖਾਂਗੇ ਕੁੱਤੇ ਦੀ ਪੂੰਛ ਤੇ, ਜਾਂ ਕਿਹੜੇ ਹਲਵਾਈ ਦੀ ਹੱਟੀ ਤੇ ਉਹਦਾ ਪੈਰ ਜਿਹੜਾ ਕਿ ਕੁੱਤੇ ਦੀ ਪੂੰਛ ਤੇ ਆਇਆ ਸੀ? ਕਿਸਨੇ ਹਲਵਾਈ ਤੇ। ਨੈਕਸਟ ਹੈ ਮਦਾਰੀ ਨੇ ਮਨਸਾ ਰਾਮ ਬਾਰੇ ਕੀ ਕਿਹਾ ਸੀ? ਮਦਾਰੀ ਨੇ ਮਨਸਾ ਰਾਮ ਬਾਰੇ ਕੀ ਕਿਹਾ, ਜਾਂ ਮਦਾਰੀ ਨੇ ਜੁੜੀ ਹੋਈ ਭੀੜ ਨੂੰ ਮਨਸਾ ਰਾਮ ਬਾਰੇ ਕੀ ਕਿਹਾ? ਯੈਸ, ਮਦਾਰੀ ਨੇ ਜੁੜੀ ਹੋਈ ਭੀੜ ਵੱਲ ਇਸ਼ਾਰਾ ਕਰਕੇ ਮਨਸਾ ਰਾਮ ਬਾਰੇ ਕੀ ਕਿਹਾ? ਯੈਸ ਆਦਿਤਿਆ। नहीं है। ਇਹ ਕਿਹਾ ਕਿ ਉਸਦਾ ਸਿਰ ਹੀ ਨਹੀਂ ਹੈ। ਹਾਂ ਯੈਸ, ਉਹਨੇ ਕਿਹਾ ਸੀ ਕਿ ਇਹਦਾ ਕੀ ਨਹੀਂ ਹੈ? ਸਿਰ ਹੀ ਨਹੀਂ ਹੈ। ਵੈਰੀ ਗੁੱਡ। ਠੀਕ ਹੈ, ਉਹਨੇ ਜੁੜੀ ਹੋਈ ਭੀੜ ਦੇ ਵੱਲ ਇਸ਼ਾਰਾ ਕਰਕੇ ਹੈ, ਠੀਕ ਹੈ, ਮਨਸਾ ਰਾਮ ਬਾਰੇ ਕੀ ਕਿਹਾ ਕਿ ਇਹਦਾ ਸਿਰ ਨਹੀਂ ਹੈ। ਨੈਕਸਟ ਹੈ ਤਾਇਆ ਮਨਸਾ ਰਾਮ ਨੂੰ ਅੰਤ ਵਿੱਚ ਕਿਹੜਾ ਵਹਿਮ ਲੱਗਾ ਸੀ? ਅਖੀਰ ਤੇ ਉਹਨੂੰ ਕਿਹੜਾ ਵਹਿਮ ਲੱਗਾ ਸੀ? ਬਿਲਕੁਲ ਚੈਪਟਰ ਦੇ ਅਖੀਰ ਤੇ। ਯੈਸ ਅਪਰਨ। ਅੰਤ ਵਿੱਚ ਮਨਸਾ ਰਾਮ ਨੂੰ ਇਹ ਵਹਿਮ ਲੱਗਾ ਕਿ ਸ਼ਿੰਗਾਰਾਂ ਦੀਆਂ ਬੈਲਾਂ ਦੇ ਸਿੰਘਾਂ ਉੱਤੇ ਬੱਕਰੀ ਬੇਟਾ ਬੱਕਰੀ ਹੈ। ਬੈਲਾਂ ਦੀਆਂ ਸ਼ਿੰਗਾਰੂ ਦੀਆਂ ਬੱਕਰੀਆਂ ਦੇ ਸਿੰਘਾਂ ਉੱਤੇ ਤਲਵਾਰਾਂ ਲੱਗੀਆਂ ਹੋ, ਚਾਕੂ ਲੱਗੇ ਹੋਏ ਹਨ ਤੇ ਜੋ ਉਸਨੂੰ ਮਾਰ ਦੇਣਗੀਆਂ। ਹਾਂ ਵੈਰੀ ਗੁੱਡ। ਜਾਂ ਆਪਾਂ ਲਿਖ ਸਕਦੇ ਹਾਂ ਬੱਕਰੀ ਦੁਆਰਾ ਮਾਰੇ ਜਾਣ ਦਾ। ਠੀਕ ਹੈ, ਕਿਹੜਾ ਵਹਿਮ ਸੀ? ਬੱਕਰੀ ਦੁਆਰਾ ਮਾਰੇ ਜਾਣ ਦਾ। ਠੀਕ ਹੈ, ਇਹ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਮਨਸਾ ਰਾਮ ਦੁਆਰਾ ਕਿਸਨੇ, ਠੀਕ ਹੈ, ਮਨਸਾ ਰਾਮ ਦੇ ਅਨੁਸਾਰ ਕਿਸਨੇ ਬੱਕਰੀਆਂ ਦੇ ਸਿੰਘਾਂ ਉੱਪਰ ਜਿਹੜੇ ਕਿਸੇ ਚਾਕੂ ਬੰਨਿਆ ਹੋਇਆ ਸੀ ਜਾਂ ਛੁਰਾ ਬੰਨਿਆ ਹੋਇਆ ਸੀ? ਮਨਸਾ ਰਾਮ ਦੇ ਅਨੁਸਾਰ ਕਿਸ ਨੇ, ਠੀਕ ਹੈ, ਬੱਕਰੀ ਦੇ ਸਿੰਘਾਂ ਦੇ ਉੱਪਰ ਛੁਰਾ ਬੰਨਿਆ ਹੋਇਆ ਸੀ? ਯੈਸ ਯੈਸ ਧੈਰਿਨ। यस धैर्य बेटा। यस मैम। यस, किसने मनसा राम के अनुसार किसने, ठीक है, बकरियां दे ਸਿੰਘਾਂ ਉੱਪਰ ਛੁਰਾ ਬੰਨਿਆ ਸੀ? नेम दसना है। शिंगारू। हाँ शिंगारे। हाँ शिंगारे या शिंगारे, शिंगारे लिख लो या शिंगारू लिख लो, ठीक है, कुछ भी लिख सकते हो। शिंगारू क्या होता है? नेम है बेटा, नेम। ओके मैम। नाम है बेटा, ठीक है, नाम है बेटा। क्लियर है बेटा सब ਨੂੰ ਚੈਪਟਰ? ਠੀਕ ਹੈ, ਆਪਾਂ ਇਸ ਚੈਪਟਰ ਵਿੱਚ ਕੀ ਪੜਿਆ? ਸਭ ਤੋਂ ਪਹਿਲਾਂ ਤਾਏ ਮਨਸਾ ਰਾਮ ਦੇ, ਠੀਕ ਹੈ, ਇਸ ਚੈਪਟਰ ਦੇ ਵਿੱਚ ਬੇਟਾ ਵਹਿਮੀ ਤਾਇਆ ਚੈਪਟਰ ਦੇ ਵਿੱਚ ਉਹਨਾਂ ਨੇ ਤਾਏ ਮਨਸਾ ਰਾਮ ਦੇ ਅਲੱਗ-ਅਲੱਗ ਵਹਿਮਾਂ ਦਾ ਜ਼ਿਕਰ ਕੀਤਾ ਹੈ ਕਿ ਤਾਇਆ ਮਨਸਾ ਰਾਮ ਸਾਰੀ ਜ਼ਿੰਦਗੀ ਬੇਟਾ ਵਹਿਮਾਂ ਭਰਮਾਂ ਵਿੱਚ ਫਸਿਆ ਰਹਿੰਦਾ ਹੈ। ਠੀਕ ਹੈ, ਸ਼ੁਰੂ ਵਿੱਚ ਉਹਨੂੰ ਕਿਹੜਾ ਵਹਿਮ ਹੁੰਦਾ ਹੈ ਕਿ ਉਸਨੂੰ ਬਿਮਾਰੀ ਹੈ, ਬੁਖਾਰ ਹੈ, ਭੱਖ ਹੈ। ਭੱਖ ਸ਼ਬਦ ਕੇ ਲਈ ਆਇਆ? ਬੁਖਾਰ ਦੇ ਲਈ। ਭੱਖ ਦਾ ਕੀ ਮੀਨਿੰਗ ਹੈ? ਬੁਖਾਰ। ਠੀਕ ਹੈ, ਉਸਨੂੰ ਕੀ ਵਹਿਮ ਸੀ ਕਿ ਉਹਨੂੰ ਬੁਖਾਰ ਹੈ, ਭੱਖ ਰਹਿੰਦੀ ਹੈ। ਫਿਰ ਬੇਟਾ ਉਹਨੇ ਕੀ ਕੀਤਾ? ਉਹਦੇ ਮੂੰਹ ਦੇ 5 ਸਾਲ ਤੱਕ, ਠੀਕ ਹੈ, ਆਪਣਾ ਬੁਖਾਰ ਚੈੱਕ ਕਰਦਾ ਰਿਹਾ। ਠੀਕ ਹੈ, ਫਿਰ ਉਸਨੂੰ 5 ਸਾਲਾਂ ਦੇ ਬਾਅਦ ਇਹ ਵਹਿਮ ਥੋੜਾ ਜਿਹੜਾ ਕੀ ਹੈ ਠੰਡਾ ਪਿਆ, ਉਸਨੂੰ ਦੂਸਰੇ ਵਹਿਮ ਨੇ ਚੰਬੜ ਲਿਆ। ਦੂਸਰਾ ਵਹਿਮ ਕਿਹੜਾ ਸੀ? ਕਿ ਹਰ ਇਨਸਾਨ ਦੇ ਵਿੱਚ ਬਿਮਾਰੀ ਦੇ ਕੀਟਾਣੂ ਹੁੰਦੇ ਹਨ। ਠੀਕ ਹੈ, ਜਦੋਂ ਉਹ ਇਨਸਾਨ ਕਿਸੇ ਦੂਸਰੇ ਦੇ ਮੰਜੇ ਤੇ, ਬਿਸਤਰੇ ਦੇ ਜਾਂ ਕੁਰਸੀ ਤੇ ਬੈਠਦਾ ਹੈ ਜਾਂ ਕਿਸੇ ਨੂੰ ਮਿਲਦਾ ਹੈ, ਹੱਥ ਮਿਲਾਉਂਦਾ ਹੈ, ਤੇ ਉਸ ਦੇ ਜਿਹੜੇ ਬਿਮਾਰੀ ਦੇ ਕੀਟਾਣੂ ਹਨ ਬੇਟਾ ਉਹ ਦੂਸਰੇ ਇਨਸਾਨ ਦੇ ਵਿੱਚ ਚਲੇ ਜਾਂਦੇ ਹਨ। ਠੀਕ ਹੈ, ਉਹ ਕੀਟਾਣੂ ਕੀ ਹੈ? ਦੂਸਰੇ ਇਨਸਾਨ ਦੇ ਅੰਦਰ ਚਲੇ ਜਾਂਦੇ ਹਨ। ਤੇ ਤੀਸਰਾ ਵਹਿਮ ਕਿਹੜਾ ਸੀ? ਕਿ ਉਸਨੂੰ ਜਿਹੜਾ ਕੀ ਹੈ ਉਹਦੇ ਗੁਆਂਢੀਆਂ ਦਾ ਮੁੰਡਾ, ਠੀਕ ਹੈ, ਗੁਆਂਢੀਆਂ ਦਾ ਮੁੰਡਾ ਉਹਦੇ ਘਰ ਖੇਡਣ ਲਈ ਆਇਆ ਸੀ ਤੇ ਕਿਸੇ ਮੇਲ ਮੁਲਾਕਾਤੀ ਨੇ ਉਹਦਾ ਮੱਥਾ
चुम लिया, ठीक है, मेल मुलाकाती ने मत्था चुम लिया, इसलिए उसने मुंडे ਨੂੰ ਚੰਗੀ ਤਰ੍ਹਾਂ ਰਗੜ ਕੇ ਨਵਾਇਆ, ਠੀਕ ਹੈ, ਇੱਥੋਂ ਤੱਕ ਕਿ ਬੇਟਾ ਉਹਦੇ ਕੰਨਾਂ ਵਿੱਚੋਂ ਬਲੱਡ ਵੀ ਨਿਕਲਣ ਲੱਗ ਗਿਆ, ਠੀਕ ਹੈ, ਕੰਨਾਂ ਵਿੱਚੋਂ ਕੀ ਨਿਕਲਣ ਲੱਗ ਗਿਆ, ਬਲੱਡ ਨਿਕਲਣ ਲੱਗ ਗਿਆ। ਫਿਰ ਹੋਰ ਬੇਟਾ ਉਹਨਾਂ ਨੇ ਵਹਿਮ ਦੱਸਿਆ ਕਿ ਇੱਕ ਦਿਨ ਉਹਦਾ ਪੈਰ ਜਿਹੜਾ ਕੀ ਸੀ ਕੁੱਤੇ ਦੀ ਪੂੰਛ ਤੇ ਆ ਗਿਆ ਸੀ, ਉਹਨੇ 14 ਇੰਜੈਕਸ਼ਨ ਲਵਾਏ, ਠੀਕ ਹੈ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਉਸ ਇੱਕ ਉਹਦਾ ਘੋੜਿਆਂ ਦੀ ਲਿੱਦ ਉੱਤੇ ਪੈਰ ਆ ਗਿਆ, ਉਹਨੇ ਕਿਹਾ ਮੈਨੂੰ ਟੈਟਨਸ ਦੀ ਬਿਮਾਰੀ ਹੋ ਜਾਏਗੀ, ਤੇ ਅਖੀਰ ਤੇ ਬੱਕਰੀ ਦੁਆਰਾ ਮਾਰੇ ਜਾਣਾ ਉਸਨੂੰ ਵਹਿਮ ਚੰਬੜ ਗਿਆ ਸੀ। ਕਲੀਅਰ ਹੈ ਬੇਟਾ, ਟਾਈਮ ਹੋ ਗਿਆ ਬੇਟਾ, ਠੀਕ ਹੈ। ਬਾਕੀ ਆਪਾਂ ਬੇਟਾ 3 ਮਾਰਕਸ ਕੁਐਸਚਨ ਇਹਦੇ ਕੱਲ ਡਿਸਕਸ ਕਰਾਂਗੇ ਬੇਟਾ। ਦੇ 1 ਮਾਰਕਸ ਕੁਐਸਚਨਸ ਤੁਸੀਂ ਬੇਟਾ ਆਪਣੀ ਫੇਅਰ ਨੋਟਬੁੱਕ ਤੇ ਲਿਖਣੇ ਨੇ। ਓਕੇ ਬੇਟਾ, ਬਾਏ ਬਾਏ ਬੇਟਾ।